ਅਟੈਕ ਤੋਂ ਬਾਅਦ ਸੁਮੇਧ ਸੈਣੀ ਨੇ ਉਸ ਵੇਲੇ ਇੱਕ ਇੰਜੀਨੀਅਰ ਹੁੰਦੇ ਸੀ ਸਿਡਕੋ 'ਚ ਜਿਨ੍ਹਾਂ ਦਾ ਨਾਂ ਸੀ ਆਪਣਾ ਮੁਲਤਾਨੀ ਸਾਹਿਬ, ਉਹਨਾਂ ਨੂੰ ਕਿਡਨੈਪ ਕੀਤਾ, ਉਹਨਾਂ ਨੂੰ ਅਬਡਕਟ ਕੀਤਾ, ਤੁਸੀਂ ਇਹ ਕਹਿ ਸਕਦੇ ਹੋ। ਉਹਨਾਂ ਨੂੰ ਚੱਕ ਲਿਆ, ਚੱਕ ਕੇ ਉਹਨਾਂ ਤੇ ਬੇਇੰਤਹਾ ਕਸਟਡੀ 'ਚ, ਪੁਲਿਸ ਕਸਟਡੀ 'ਚ ਜ਼ੁਲਮ ਕੀਤੇ, ਅਣਮਨੁੱਖੀ ਜ਼ੁਲਮ ਕੀਤੇ। ਜੇ ਮੈਂ ਉਹਦੀ ਦਾਸਤਾਨ ਤੁਹਾਨੂੰ ਦੱਸਾਂ ਤਾਂ ਉਹ ਜ਼ੁਲਮ ਇਸ ਤਰ੍ਹਾਂ ਸੀ ਵੀ ਉਹਨਾਂ ਦੀ ਬੈਕ ਸਾਈਡ 'ਚ ਡੰਡੇ ਪਾਏ ਗਏ ਤੇ ਉੱਥੇ ਠੁੱਡੇ ਮਰਾਏ ਗਏ ਤੇ ਉਹ ਇੰਨੀ ਬਲੀਡਿੰਗ ਹੋਈ ਵੀ 2-3-4 ਦਿਨ ਬਲੀਡਿੰਗ ਹੁੰਦੀ ਰਹੀ। ਕੋਈ ਕਿਸੇ ਨੇ ਆਤਾ ਪਤਾ ਨਾ ਲਿਆ, ਹੋਰ ਜ਼ਿਆਦਾ ਟੌਰਚਰ ਕੀਤਾ ਤੇ ਉਸ ਤੋਂ ਬਾਅਦ ਉਸ ਕਸਟਡੀ 'ਚ ਹੀ ਉਹਨਾਂ ਦੀ ਮੌਤ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸਿੱਖ ਕੌਮ ਉਹ ਯੋਧਿਆਂ ਦੀ ਕੌਮ, ਜਰਨੈਲਾਂ ਦੀ ਕੌਮ ਜੋ ਹਮੇਸ਼ਾ ਹੱਕ ਸੱਚ ਦੀ ਲੜਾਈ ਲੜਦੀ ਆਈ ਹੈ, ਮਜ਼ਲੂਮਾਂ ਦਾ ਖਿਆਲ ਰੱਖਦੀ ਆਈ ਹੈ, ਧੀਆਂ ਭੈਣਾਂ ਦੀਆਂ ਪੱਤਾਂ ਬਚਾਉਂਦੀ ਆਈ ਹੈ, ਦੂਜਿਆਂ ਵਾਸਤੇ ਆਪਣੀਆਂ ਕੁਰਬਾਨੀਆਂ ਚੜ੍ਹਾਉਂਦੀ ਆਈ ਹੈ। ਪਰ ਜਦੋਂ ਵੀ ਸਿੱਖ ਕੌਮ ਨੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕੀਤੀ, ਆਪਣੇ ਹੱਕ ਮੰਗਣ ਦੀ ਕੋਸ਼ਿਸ਼ ਕੀਤੀ, ਉਦੋਂ ਇਹਨਾਂ ਨੂੰ ਵੱਖਵਾਦੀ, ਅੱਤਵਾਦੀ ਕਹਿ ਕੇ ਜਾਂ ਤਾਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਜਾਂ ਅਜਿਹੇ ਘੱਲੂਘਾਰੇ ਵਾਪਰੇ ਕਿ ਸਿੱਖ ਕੌਮ ਨੂੰ ਨੇਸ ਤੋਂ ਨਾਬੂਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਮਾੜੀਆਂ ਤਾਕਤਾਂ ਸ਼ਾਇਦ ਇਹ ਭੁੱਲ ਗਈਆਂ ਕਿ ਇਹ ਕੌਮ ਮੇਰੇ ਕਲਗੀਧਰ ਦੀ ਸਾਦੀ ਨਵਾਜ਼ੀ ਕੌਮ ਹੈ, ਜਿਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਬੇਸ਼ੱਕ ਸਿੱਖੀ ਭੇਖ ਵਿੱਚ ਅੱਜ ਬਹੁਤ ਘੁਸਪੈਠੀਏ ਇਸ ਕੌਮ ਵਿੱਚ ਘੁਸਪੈਠ ਕਰਕੇ ਵੜ ਗਏ ਨੇ, ਜੋ ਨੌਜਵਾਨੀ ਨੂੰ ਗੁਰਾਹੇ ਪਾ ਰਹੇ ਨੇ, ਜੋ ਸਰਮੂਰ ਜਥੇਬੰਦੀਆਂ ਤੋਂ ਗਲਤ ਹੁਕਮ ਜਾਰੀ ਕਰਵਾ ਰਹੇ ਨੇ। ਪਰ ਫਿਰ ਵੀ ਜਾਗਦੀਆਂ ਜ਼ਮੀਰਾਂ ਵਾਲੇ ਬਹੁਤ ਸਾਰੇ ਅਜਿਹੇ ਸਿੰਘ ਅਜੇ ਮੌਜੂਦ ਨੇ ਜੋ ਲੋੜ ਪੈਣ ਤੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਬਣ ਕੇ ਕੌਮ ਨੂੰ ਇੱਕ ਵਾਰ ਮੁੜ ਸਿਖਰਾਂ ਤੇ ਲਿਜਾਣਗੇ ਤੇ ਕੌਮ ਦੀ ਚੜ੍ਹਦੀ ਕਲਾ ਕਰਵਾਉਣਗੇ। ਸੋਸ਼ਲ ਮੀਡੀਆ ਉੱਤੇ ਅਕਸਰ ਬੇਬਾਕੀ ਦੇ ਨਾਲ ਸਿੱਖ ਕੌਮ ਬਾਰੇ ਚਿੰਤਾ ਵਿਅਕਤ ਕਰਨ ਵਾਲੇ, ਕੌਮੀ ਮਸਲਿਆਂ ਦੇ ਉੱਤੇ ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖਣ ਵਾਲੇ ਦੀਪ ਸਿੱਧੂ ਨੇ ਇਸ ਵਾਰ ਕੀ ਕਿਹਾ, ਮਾਰਦੇ ਹਾਂ ਇੱਕ ਨਜ਼ਰ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਜਿਹੜੀ ਆਪਾਂ ਅੱਜ ਗੱਲ ਕਰਨੀ ਆ, ਮੇਰੀ ਬੜੀ ਜ਼ਰੂਰੀ ਸੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ, ਕਿਉਂਕਿ ਮੈਨੂੰ ਐਂ ਲੱਗਦਾ ਸਾਡਾ ਜਾਗਰੂਕ ਹੋਣਾ ਤੇ ਇੱਕ ਜਾਗਰੂਕ ਕੌਮ ਦੇ ਤੌਰ ਤੇ ਵਿਚਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਕਰਕੇ ਜ਼ਰੂਰੀ ਆ, ਸਾਡੇ ਕੋਲੇ ਮਸਲੇ ਬਹੁਤ ਆ, ਮੁੱਦੇ ਬਹੁਤ ਆ। ਤੁਸੀਂ, ਮੈਂ ਜਿਵੇਂ ਕਹਿਣਾ ਹੁੰਦਾ, ਇਹ ਦੇਖ ਲਓ ਵੀ 1978 ਤੋਂ ਸ਼ੁਰੂ ਹੋਇਆ, 1978 ਤੋਂ ਸਾਨੂੰ ਇਨਸਾਫ ਨਹੀਂ ਮਿਲਿਆ, 1984 ਦਾ ਸਾਨੂੰ ਇਨਸਾਫ ਨਹੀਂ ਮਿਲਿਆ, ਚਾਹੇ ਉਹ ਬਲੂ ਸਟਾਰ ਆਪਰੇਸ਼ਨ ਹੋਵੇ, ਚਾਹੇ ਦੰਗੇ ਹੋਣ ਜਿਹੜੇ ਦਿੱਲੀ 'ਚ ਹੋਏ ਸੀ, ਜਿਨ੍ਹਾਂ ਨੂੰ ਆਪਾਂ ਸਿੱਖ ਜੈਨੋਸਾਈਡ ਕਹਿ ਸਕਦੇ ਹਾਂ। ਉਸ ਤੋਂ ਬਾਅਦ ਹੋਰ ਬਥੇਰੇ ਇਹੋ ਜਿਹੇ ਵਰਤਾਰੇ ਆ। ਜਿਹੜਾ ਸੰਘਰਸ਼ ਪੰਜਾਬ 'ਚ ਚੱਲਿਆ, ਉਸ ਸੰਘਰਸ਼ ਦੇ ਦੌਰਾਨ ਜਿਹੜੇ ਕਾਫੀ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਬਹੁਤ ਜ਼ਬਰ ਤੇ ਜ਼ੁਲਮ ਕੀਤਾ ਨੌਜਵਾਨਾਂ ਤੇ, ਉਹਦਾ ਕੋਈ ਇਨਸਾਫ ਨਹੀਂ। ਖਾਲੜਾ ਸਾਹਿਬ, ਉਹਨਾਂ ਦੀ ਗਾਥਾ ਆਪਾਂ ਸਾਰੇ ਜਾਣਦੇ ਹਾਂ। ਖਾਲੜਾ ਸਾਹਿਬ ਨੇ ਬਹੁਤ ਅਣਪਛਾਤੀਆਂ ਲਾਸ਼ਾਂ ਲੱਭੀਆਂ ਤੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ, ਪਰ ਉਹ ਆਪ ਵੀ ਫਿਰ ਬੜੀ ਦੁਖਦਾਈ ਗੱਲ ਆ ਵੀ ਅਣਪਛਾਤੀ ਲਾਸ਼ ਬਣ ਗਈ। ਸੋ ਜਿਹੜੀ ਗੱਲ ਆਪਾਂ ਕਰਨੀ ਆ ਅੱਜ, ਚਾਹੇ ਉਸ ਤੋਂ ਬਾਅਦ 84 ਤੋਂ ਬਾਅਦ ਆਪਾਂ ਗੱਲ ਕਰੀਏ ਵੀ ਇਹ ਸਾਰੇ ਸੰਘਰਸ਼ ਦੇ ਸਾਨੂੰ ਕੋਈ ਇਨਸਾਫ ਦੀ ਗੱਲ ਹੋਵੇ, ਜਾਂ ਬੇਅਦਬੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ, ਬਰਗਾੜੀ ਕਾਂਡ ਹੋਇਆ, ਉਹਦੀ ਇਨਸਾਫ ਦੀ ਗੱਲ ਹੋਵੇ, ਕਿਸੇ ਚੀਜ਼ ਦਾ ਕੋਈ ਇਨਸਾਫ ਨਹੀਂ ਮਿਲਿਆ। ਕਿਉਂਕਿ ਇਨਸਾਫ ਜਾਂ ਤਾਂ ਕਿਸੇ ਮਜਬੂਰੀ 'ਚੋਂ ਮਿਲਦੇ ਹੁੰਦੇ ਆ ਜਾਂ ਕਿਸੇ ਅਹਿਸਾਸ 'ਚੋਂ ਮਿਲਦੇ ਹੁੰਦੇ ਆ। ਨਾ ਤਾਂ ਸਾਡੀ ਜਿਹੜੀ ਕੌਮ ਆ ਜਾਂ ਪੰਜਾਬੀ ਆ ਆਪਾਂ, ਉਹ ਮਜਬੂਰੀ ਖੜੀ ਕਰ ਸਕੇ ਆ ਇਸ ਇੰਡੀਅਨ ਸਟੇਟ ਲਈ ਵੀ ਸਾਨੂੰ ਇਨਸਾਫ ਮਿਲੇ, ਤੇ ਇਹਨਾਂ ਕੋਲੇ ਜਿਹੜਾ ਅਗਲੀ ਗੱਲ ਆ ਵੀ ਆਪਦੇ ਅੰਦਰ ਇਹ ਅਹਿਸਾਸ ਹੋਵੇ ਵੀ ਅਸੀਂ ਜ਼ਬਰ ਤੇ ਜ਼ੁਲਮ ਕੀਤਾ, ਉਹ ਤਾਂ ਹੈ ਹੀ ਨਹੀਂ। ਸੋ ਉਸ ਗੱਲ ਦੀ ਤਾਂ ਆਸ ਹੀ ਨਹੀਂ ਰੱਖੀ ਜਾ ਸਕਦੀ। ਪਰ ਫਿਰ ਵੀ ਕਈ ਨੇਕ ਰੂਹਾਂ ਬੈਠੀਆਂ ਹੁੰਦੀਆਂ, ਕਈ ਨੇਕ ਅਫਸਰ ਬੈਠੇ ਹੁੰਦੇ ਆ, ਕਈ ਨੇਕ ਜੱਜ ਬੈਠੇ ਹੁੰਦੇ ਆ। ਇਸ ਕਰਕੇ ਸਾਨੂੰ ਨਿਆਂ ਵਾਸਤੇ ਜਾਂ ਇੱਕ ਜਸਟਿਸ ਦੀ ਲੜਾਈ ਆ ਜਿਹੜੀ, ਉਹ ਲੜਨੀ ਚਾਹੀਦੀ ਹੈ ਤੇ ਉਹ ਲੜਦੇ ਰਹਿਣਾ ਚਾਹੀਦਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ, ਗੱਲ ਕਰ ਰਹੇ ਹਾਂ ਉਹ ਸਾਬਕਾ DGP ਸੁਮੇਧ ਸੈਣੀ ਦੀ, ਜਿਹਨੇ
ਪਤਾ ਨਹੀਂ ਕਿੰਨੇ ਕੁ ਨੌਜਵਾਨ ਮਾਰੇ, ਕਿੰਨੇ ਕੁ ਅਣਮਨੁੱਖੀ ਜ਼ੁਲਮ ਕੀਤੇ, ਕਿੰਨੇ ਕੁ ਜਿਹੜੇ ਕੇਸ ਉਹਦੇ ਸਾਹਮਣੇ ਆਏ ਪਰ ਉਹ ਕੇਸ ਦਬਾ ਲਿੱਤੇ ਗਏ ਜਾਂ ਕੇਸ ਉਹ ਨਹੀਂ ਚੱਲੇ, ਕਿਉਂਕਿ ਸਾਡੀ ਜਿਹੜੀ ਪੋਲੀਟੀਕਲ ਇੱਕ ਕਲਾਸ ਆ ਉਸ ਨੇ ਜਾਂ ਪੋਲੀਟੀਕਲ ਜਮਾਤ ਨੇ ਬੜਾ ਵੱਡਾ ਪੱਖ ਪੂਰਿਆ ਉਸ ਡੀਜੀਪੀ ਦਾ। ਤੇ ਡੀਜੀਪੀ ਵੀ ਉਸ ਵੇਲੇ ਦੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਜਦੋਂ ਉਹ 1991 ਚ ਚੰਡੀਗੜ੍ਹ ਐਸਐਸਪੀ ਹੁੰਦਾ ਸੀ ਤੇ ਉਹਦੇ ਤੇ ਕੋਈ ਇੱਕ ਅਟੈਕ ਹੋਇਆ, ਕਿਉਂਕਿ ਜਿਹੜਾ ਰੋਹ ਉਹਨੇ ਪੈਦਾ ਕੀਤਾ ਨੌਜਵਾਨਾਂ 'ਚ, ਉਹਨੇ ਬਹੁਤ ਬੰਦੇ ਬੇਕਸੂਰ ਮਾਰੇ, ਉਸ ਗੱਲ ਦਾ ਰੋਹ ਜਿਹੜਾ ਪੈਦਾ ਹੋਇਆ ਇਸ ਕਰਕੇ ਉਹਦੇ ਤੇ ਅਟੈਕ ਹੋਇਆ। ਤਾਂ ਉਸ ਅਟੈਕ ਤੋਂ ਬਾਅਦ ਸੁਮੇਧ ਸੈਣੀ ਨੇ ਉਸ ਵੇਲੇ ਇੱਕ ਇੰਜੀਨੀਅਰ ਹੁੰਦੇ ਸੀ ਸਿਡਕੋ 'ਚ ਜਿਨ੍ਹਾਂ ਦਾ ਨਾਂ ਸੀ ਆਪਣਾ ਮੁਲਤਾਨੀ ਸਾਹਿਬ, ਉਹਨਾਂ ਨੂੰ ਕਿਡਨੈਪ ਕੀਤਾ, ਉਹਨਾਂ ਨੂੰ ਅਬਡਕਟ ਕੀਤਾ, ਤੁਸੀਂ ਇਹ ਕਹਿ ਸਕਦੇ ਹੋ। ਉਹਨਾਂ ਨੂੰ ਚੱਕ ਲਿਆ, ਚੱਕ ਕੇ ਉਹਨਾਂ ਤੇ ਬੇਇੰਤਹਾ ਕਸਟਡੀ 'ਚ, ਪੁਲਿਸ ਕਸਟਡੀ 'ਚ ਜ਼ੁਲਮ ਕੀਤੇ, ਅਣਮਨੁੱਖੀ ਜ਼ੁਲਮ ਕੀਤੇ। ਜੇ ਮੈਂ ਉਹਦੀ ਦਾਸਤਾਨ ਤੁਹਾਨੂੰ ਦੱਸਾਂ ਤਾਂ ਉਹ ਜ਼ੁਲਮ ਇਸ ਤਰ੍ਹਾਂ ਸੀ ਵੀ ਉਹਨਾਂ ਦੀ ਬੈਕ ਸਾਈਡ 'ਚ ਡੰਡੇ ਪਾਏ ਗਏ ਤੇ ਉੱਥੇ ਠੁੱਡੇ ਮਰਾਏ ਗਏ ਤੇ ਉਹ ਇੰਨੀ ਬਲੀਡਿੰਗ ਹੋਈ ਵੀ 2-3-4 ਦਿਨ ਬਲੀਡਿੰਗ ਹੁੰਦੀ ਰਹੀ, ਕੋਈ ਕਿਸੇ ਨੇ ਆਤਾ ਪਤਾ ਨਾ ਲਿਆ, ਹੋਰ ਜ਼ਿਆਦਾ ਟੌਰਚਰ ਕੀਤਾ ਤੇ ਉਸ ਤੋਂ ਬਾਅਦ ਉਸ ਕਸਟਡੀ 'ਚ ਹੀ ਉਹਨਾਂ ਦੀ ਮੌਤ ਹੋ ਗਈ। ਮੌਤ ਹੋਣ ਤੇ ਹੀ ਨਹੀਂ ਰੁਕੇ, ਉਹ ਲਾਸ਼ ਉਹਨਾਂ ਦੀ ਚੱਕ ਕੇ ਉਹਨਾਂ ਨੇ ਡਿਸਪੋਜ਼ ਆਫ ਕਰਨ ਵਾਸਤੇ ਕਿਸੇ ਹੋਰ ਪੰਜਾਬ ਦੇ ਹਿੱਸੇ 'ਚ ਭੇਜੀ, ਪੁਲਿਸ ਪਾਰਟੀ ਨਾਲ ਭੇਜੀ। ਉੱਥੇ ਜਾ ਕੇ ਇਹ ਦੱਸਿਆ ਗਿਆ ਵੀ ਇਹ ਪੁਲਿਸ ਕਸਟਡੀ 'ਚ ਉੱਥੇ ਜਾ ਕੇ ਭੱਜਦਾ ਸੀ ਤੇ ਅਸੀਂ ਇਸ ਦਾ ਐਨਕਾਊਂਟਰ ਕਰਤਾ। ਇਸ ਤਰ੍ਹਾਂ ਜਿਹੜੇ ਆਪਾਂ ਬਲਵੰਤ ਸਿੰਘ ਮੁਲਤਾਨੀ ਆ ਉਹਨਾਂ ਦਾ ਇਹਨਾਂ ਨੇ ਕਤਲ ਕੀਤਾ। ਕਤਲ ਬੜਾ ਛੋਟਾ ਲਫ਼ਜ਼ ਆ, ਬਹੁਤ ਉਦੋਂ ਘਿਨਾਉਣੀ ਕਿਤੇ ਹਰਕਤ ਸੀ ਜਿਹੜੀ ਉਸ ਵੇਲੇ ਦੇ ਐਸਐਸਪੀ ਤੇ ਹੁਣ ਦੇ ਜਿਹੜੇ ਆਪਾਂ ਸਾਬਕਾ ਡੀਜੀਪੀ ਕਹਿ ਦਿੰਦੇ ਆ, ਕਿਉਂਕਿ ਡੀਜੀਪੀ ਵੀ ਉਹਨਾਂ ਲੋਕਾਂ ਨੇ ਉਹਨਾਂ ਨੂੰ ਬਣਾਇਆ ਜਿਨ੍ਹਾਂ ਨੂੰ ਅਸੀਂ ਪੰਥਕ ਪਾਰਟੀਆਂ ਦਾ ਰੁਤਬਾ ਦਿੱਤਾ ਜਾਂ ਪੰਥਕ ਸਾਡੀ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਰੁਤਬਾ ਦਿੱਤਾ। ਸੋ ਤੁਸੀਂ ਇਹ ਦੇਖੋ 29 ਸਾਲ 1991 ਤੋਂ ਲੈ ਕੇ ਹੁਣ ਤੱਕ ਉਹਨਾਂ ਤੇ ਕੇਸ ਚੱਲਿਆ ਹੀ ਨਹੀਂ। ਜੇ ਚੱਲਿਆ ਤਾਂ ਮਾੜੀ ਮੋਟੀ ਕਿਤੇ ਨਾ ਕਿਤੇ ਸੰਘਰਸ਼ ਤੋਂ ਬਾਅਦ ਅਦਾਲਤਾਂ, ਕਿਉਂਕਿ ਅਦਾਲਤਾਂ ਵੀ ਰਾਜਸੀ ਜਮਾਤ ਦਾ ਪੱਖ ਪੂਰਤੀਆਂ ਤੇ ਰਾਜਸੀ ਜਮਾਤ ਇਹੋ ਜਿਹੇ ਪੁਲਿਸ ਅਫਸਰਾਂ ਦਾ ਪੱਖ ਪੂਰਦੀਆਂ ਸੀ ਕਿਉਂਕਿ ਉਹਨਾਂ ਦੇ ਥਰੂ ਉਹਨਾਂ ਨੇ ਕੰਮ ਕਰਾਉਣੇ ਹੁੰਦੇ ਆ, ਪੁੱਠੇ ਸਿੱਧੇ ਸਾਰੇ ਕੰਮ ਕਰਾਉਣੇ ਹੁੰਦੇ ਆ। ਤੇ 29 ਸਾਲ ਉਸ ਕੇਸ ਦਾ ਕੋਈ ਰਿਜ਼ਲਟ ਨਹੀਂ ਆਇਆ, ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਥੱਲੋਂ। ਹਾਲਾਂਕਿ ਉਹ ਕੇਸ ਇਸ ਮਰਡਰ ਦਾ, ਕਿਉਂਕਿ ਜਿਹੜੇ ਬਲਵੰਤ ਸਿੰਘ ਮੁਲਤਾਨੀ ਸੀ ਉਹਨਾਂ ਦੇ ਫਾਦਰ ਸਾਹਿਬ ਆਪ ਆਈਏਐਸ ਆਫੀਸਰ ਸੀ, ਕੋਈ ਸਧਾਰਨ ਘਰੋਂ ਨਹੀਂ ਸੀ, ਉਹਨਾਂ ਦਾ ਚਾਚਾ ਆਈਏਐਸ ਆਫੀਸਰ ਸੀ। ਇਹੋ ਜਿਹੇ ਘਰ ਦੇ ਮੁੰਡੇ ਨੂੰ ਚੱਕ ਕੇ ਤਸੀਹੇ ਦੇ ਕੇ ਅਣਮਨੁੱਖੀ ਜ਼ੁਲਮ ਕਰਕੇ ਮਾਰ ਦੇਣਾ ਤੇ ਉਸ ਤੋਂ ਬਾਅਦ ਇਨਕਾਊਂਟਰ ਕਹਿ ਕੇ ਉਹਦੀ ਲਾਸ਼ ਨੂੰ ਵੀ ਡਿਸਪੋਜ਼ ਆਫ ਕਰ ਦੇਣਾ ਤੇ ਕਾਨੂੰਨੀ ਤੌਰ ਤੇ ਇਹ ਦਿਖਾਉਣਾ ਵੀ ਉਹ ਪੀਓ ਆ ਜਾਂ ਪ੍ਰੋਕਲੇਮਡ ਆਫੈਂਡਰ ਆ। ਤੁਸੀਂ ਸੋਚੋ ਵੀ ਕਿਸ ਹੱਦ ਤੱਕ ਇਸ ਜ਼ੁਲਮ ਨੂੰ, ਇਹਦੀ ਕੋਈ ਪਰਿਭਾਸ਼ਾ ਮੈਨੂੰ ਲੱਗਦਾ ਦਿੱਤੀ ਨਹੀਂ ਜਾ ਸਕਦੀ। ਇਹ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਪਰਿਭਾਸ਼ਾ ਹੁੰਦੀਆਂ ਉਹਨਾਂ ਤੋਂ ਪਰੇ ਆ। ਇੱਕ ਗੱਲ ਹੋਰ ਬੜੀ ਜ਼ਰੂਰੀ ਆ, ਆਪਾਂ ਨੂੰ ਇਹ ਵੀ ਦੇਖਣਾ ਪਊਗਾ ਵੀ ਜਿਹੜੇ ਲੋਕ ਇਸ ਹੱਦ ਤੱਕ ਜਾ ਕੇ ਜ਼ੁਲਮ ਕਰਦੇ ਆ ਉਹਨਾਂ ਦੀ ਆਤਮਾ ਇੰਨਾ ਭਾਰ ਝੱਲਦੀ ਕਿਵੇਂ ਆ, ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਇਨਸਾਨ ਐਡਾ ਜ਼ੁਲਮ ਕਰ ਸਕਦਾ ਜਾਂ ਉਹਦੀ ਆਤਮਾ ਐਡਾ ਭਾਰ ਝੱਲ ਸਕਦੀ ਆ, ਕਿਉਂਕਿ ਉਹ ਇਸ ਸਟੇਟ ਨੇ ਉਹਨਾਂ ਨੂੰ ਇਹ ਧਾਰਨਾ ਉਹਨਾਂ 'ਚ ਪੱਕੀ ਕਰਾਈ ਹੁੰਦੀ ਆ ਵੀ ਤੁਸੀਂ ਤਾਂ ਦੇਸ਼ ਦੀ ਰਾਖੀ ਕਰ ਰਹੇ ਹੋ ਜਾਂ ਦੇਸ਼ ਦੇ ਹਿੱਤਾਂ 'ਚ ਜਿਹੜਾ ਕੁਝ ਕਰ ਰਹੇ ਹੋ ਤਾਂ ਇਸ ਕਰਕੇ ਉਹ ਇਸ ਹੱਦ ਤੱਕ ਜ਼ੁਲਮ ਕਰ ਜਾਂਦੇ ਆ। ਉਹਨਾਂ ਨੂੰ ਐਂ ਲੱਗਦਾ, ਅਦਰਵਾਈਜ਼ ਆਤਮਾ ਦਾ ਭਾਰ ਐਡਾ ਝੱਲਣਾ ਬਹੁਤ ਮੁਸ਼ਕਿਲ ਆ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ, ਐਨੀਵੇਜ਼ ਥੱਲੇ ਕੇਸ ਚੱਲਿਆ ਲੋਅਰ ਕੋਰਟ 'ਚ ਜਿਹੜਾ ਕੇਸ ਸੀ ਉਹ ਸੁਮੇਧ ਸੈਣੀ ਉਹਨਾਂ ਦੇ ਹੱਕ 'ਚ ਡਿਸਾਈਡ ਕਰ ਦਿੱਤਾ ਗਿਆ। ਉਹਦੀ ਅਪੀਲ ਹੋਈ ਹਾਈ ਕੋਰਟ 'ਚ ਜਦੋਂ ਅਪੀਲ ਹੋਈ ਤਾਂ ਹਾਈ ਕੋਰਟ ਨੇ ਜਿਹੜਾ ਮੇਰੇ ਖਿਆਲ 'ਚ ਡਿਵੀਜ਼ਨ ਬੈਂਚ ਸੀ ਜਾਂ ਹੋ ਸਕਦਾ ਸਿੰਗਲ ਜੱਜ ਵੀ ਹੋਣ, ਉਹਨਾਂ ਨੇ ਇਹ ਕੇਸ ਸੀਬੀਆਈ ਨੂੰ ਰੈਫਰ ਕਰਤਾ। ਸੀਬੀਆਈ ਨੇ 70-80 ਜਿਹੜੇ ਗਵਾਹ ਸੀ ਉਹਨਾਂ ਦੀ ਗਵਾਹੀ ਤੋਂ ਬਾਅਦ 9 ਮਹੀਨਿਆਂ ਤੋਂ ਬਾਅਦ ਇਹ ਡਾਇਰੈਕਸ਼ਨ ਦਿੱਤੀ ਵੀ ਕਤਲ ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਸੁਮੇਧ ਸੈਣੀ ਤੇ, ਪਰ ਸਾਡੀ ਪੰਥਕ ਪਾਰਟੀਆਂ ਨੇ ਉਹਨਾਂ ਨੂੰ ਡੀਜੀਪੀ ਬਣਾਤਾ। ਔਰ ਸੁਮੇਧ ਸੈਣੀ ਸੁਪਰੀਮ ਕੋਰਟ ਜਾ ਕੇ ਇਹ ਗੱਲ ਕਹਿ ਰਿਹਾ ਵੀ ਮੇਰੀ ਤਾਂ ਐਬਸੈਂਸ, ਦੇਖੋ ਹਾਈ ਕੋਰਟ ਨੇ ਜਿਹੜਾ ਇਹ ਸੀਬੀਆਈ ਨੂੰ ਰੈਫਰ ਕੀਤਾ ਜੀ, ਮੈਨੂੰ ਸੁਣਿਆ ਨਹੀਂ ਗਿਆ, ਇਸ ਕਰਕੇ ਇਹਨੂੰ ਕੁਐਸ਼ ਕਰੋ। ਨਾਲ ਇਹ ਵੀ ਕਿਹਾ ਗਿਆ
ਵੀ ਮੇਰੇ ਤੇ ਇਹ ਕੇਸ ਹੀ ਨਹੀਂ ਬਣਦਾ ਜੀ, ਕਿਉਂਕਿ ਇਹ ਟੈਕਨੀਕ ਹਾਂਜੀ ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਇਹਨਾਂ ਦੇ ਫੈਮਿਲੀ ਆ ਆਪਣੀ ਬਲਵੰਤ ਸਿੰਘ ਮੁਲਤਾਨੀ ਸਾਹਿਬ ਦੀ, ਉਹਨਾਂ ਦੇ ਫਾਦਰ ਸਾਹਿਬ ਆ, ਉਹਨਾਂ ਨੇ ਇਹਦੀ ਪੈਰਵਾਈ ਕੀਤੀ। ਆਪਣਾ ਇੱਕ ਜਿਹੜਾ ਬਹੁਤ ਹੀ ਯੰਗ ਤੇ ਬਹੁਤ ਮੇਰੇ ਖਿਆਲ 'ਚ ਵਧੀਆ ਇੱਕ ਇਨਸਾਨ ਵੀ ਆ ਤੇ ਉਹਨਾਂ ਹੀ ਉਹ ਟੈਲੈਂਟਡ ਲਾਇਰ ਵੀ ਆ, ਪ੍ਰਦੀਪ ਵਿਰਕ, ਉਹਨਾਂ ਨੇ ਇਹਦੀ ਪੂਰੀ ਪੈਰਵਾਈ ਕੀਤੀ ਤੇ ਇਹ ਕੇਸ ਦੁਬਾਰਾ ਸ਼ੁਰੂ ਹੋ ਗਿਆ। ਫਿਰ ਕਿਸੇ ਵੇਲੇ ਆ ਕੇ ਇਸ 'ਚ ਸੁਮੇਧ ਸੈਣੀ ਦੀ ਗ੍ਰਿਫਤਾਰੀ ਦਾ ਆਲਮ ਬਣਿਆ। ਉਹ ਗ੍ਰਿਫਤਾਰੀ ਲਈ ਉਹਨੇ ਆਪਦੀ ਮੇਰੇ ਖਿਆਲ 'ਚ ਇੱਕ ਇੰਟਰਮ ਐਪਲੀਕੇਸ਼ਨ ਫਾਈਲ ਕੀਤੀ ਜਾਂ ਐਂਟੀਸਪੇਟਰੀ ਬੇਲ ਦੀ ਐਪਲੀਕੇਸ਼ਨ ਫਾਈਲ ਕੀਤੀ, ਜਿਹੜੀ ਕਿ ਕੋਰਟ ਨੇ ਐਕਸੈਪਟ ਕਰ ਲਈ। ਪਰ ਅੱਜ ਦਾ ਜਿਹੜਾ ਮੁੱਦਾ ਇਹ ਆ ਵੀ ਇਸ ਕੇਸ 'ਚ 302 ਕਤਲ ਦੀ ਧਾਰਾ ਕੋਰਟ ਨੇ ਐਕਸੈਪਟ ਕਰ ਲਈ ਆ, ਕਿਉਂਕਿ 2 ਚਸ਼ਮਦੀਦ ਗਵਾਹ ਜਿਹੜੇ ਉਹ ਵੀ ਆਈ ਵਿਟਨੈਸ ਆ, ਜਿਹੜੇ ਸੈਣੀ ਦੇ ਪੁਲਿਸ ਪਾਰਟੀ 'ਚ ਉਸ ਵੇਲੇ ਮੌਜੂਦ ਸੀ, ਉਹ ਸ਼ਾਮਲ ਹੋ ਗਏ ਅਪਰੂਵਰਸ 'ਚ। ਉਹਨਾਂ ਨੇ ਇਹ ਗੱਲ ਕਹੀ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਸੈਣੀ ਨੇ ਉਸ ਬੰਦੇ ਨੂੰ ਟੌਰਚਰ ਕੀਤਾ, ਉਸ ਬੰਦੇ ਨੂੰ ਮਾਰਿਆ ਤੇ ਉਹਦੀ ਲਾਸ਼ ਡਿਸਪੋਜ਼ ਆਫ ਕੀਤੀ ਆ, ਤੇ ਇਸ ਕਰਕੇ 302 ਦੀ ਜਿਹੜੀ ਇਹਦੇ 'ਚ ਧਾਰਾ ਆਈਪੀਸੀ ਦੀ ਉਹ ਇਹਦੇ 'ਚ ਸ਼ਾਮਲ ਹੋ ਗਈ ਆ। ਹੁਣ ਗੱਲ ਇਹ ਆ ਵੀ ਇਹ ਲੜਾਈ ਸਾਨੂੰ ਨਹੀਂ ਪਤਾ, ਕਿਉਂਕਿ ਨਿਆਂ ਤੋਂ ਵੀ ਕਈ ਵਾਰੀ ਸਾਡਾ ਜਿਹੜਾ ਵਿਸ਼ਵਾਸ ਆ ਉੱਠ ਜਾਂਦਾ, ਕਿਉਂਕਿ ਜਿਵੇਂ ਮੈਂ ਕਿਹਾ 78 ਤੋਂ ਸ਼ੁਰੂ ਹੋਏ ਆ, ਹਜੇ ਤੱਕ ਕੋਈ ਨਿਆਂ ਨਹੀਂ ਮਿਲਿਆ। ਨਾ ਹੀ ਕੋਈ ਮਜਬੂਰੀ ਸੀ ਪੋਲੀਟੀਕਲ ਕਲਾਸ ਦੀ ਸਾਨੂੰ ਨਿਆਂ ਦੇਣ ਦੀ, ਨਾ ਹੀ ਕੋਈ ਅਹਿਸਾਸ ਸੀ। ਸੋ ਗੱਲ ਇਹ ਆ ਗਈ ਵੀ ਹੁਣ ਜਿੱਥੇ ਅਸੀਂ ਖੜੇ ਆ ਵੀ ਇਹ ਲੜਾਈ ਲੜਨੀ ਬਹੁਤ ਜ਼ਰੂਰੀ ਆ ਸੈਣੀ ਦੇ ਖਿਲਾਫ ਜਾਂ ਇਹੋ ਜਿਹੀਆਂ ਬਹੁਤ ਸ਼ਖਸੀਅਤਾਂ ਦੇ ਖਿਲਾਫ ਜਿਨ੍ਹਾਂ ਨੇ ਜ਼ੁਲਮ ਕੀਤਾ, ਜ਼ਬਰ ਕੀਤਾ ਤੇ ਨੌਜਵਾਨਾਂ ਨੂੰ ਮਾਰਿਆ। ਸਾਡੇ ਪੰਜਾਬ ਦਾ ਮਾਹੌਲ ਇਹਨਾਂ ਲੋਕਾਂ ਨੇ ਖਰਾਬ ਕੀਤਾ, ਸਾਡੇ ਜੁਝਾਰੂ ਬੰਦਿਆਂ ਨੇ ਮਾਹੌਲ ਨਹੀਂ ਖਰਾਬ ਕੀਤਾ। ਇਸ ਕਰਕੇ ਇਹ ਲੜਾਈ ਲੜਨੀ ਜ਼ਰੂਰੀ ਆ, ਇਰਰਿਸਪੈਕਟਿਵ ਆਫ ਨਿਆਂ ਮਿਲੇ ਨਾ ਮਿਲੇ। ਕਿਉਂਕਿ ਕਈ ਵਾਰੀ ਜਿਵੇਂ ਮੈਂ ਕਿਹਾ, ਕੋਈ ਨੇਕ ਰੂਹ ਬੈਠੀ ਹੁੰਦੀ ਆ, ਕੋਈ ਨੇਕ ਜੱਜ ਬੈਠਾ ਹੁੰਦਾ ਤੇ ਉਹ ਨਿਆਂ ਦਾ ਪੱਖ ਪੂਰਦੇ ਆ। ਹਾਲਾਂਕਿ ਹਜੇ ਤੱਕ ਜਿਹੜਾ ਪੱਖ ਪੂਰਿਆ ਗਿਆ ਉਹ ਇਹ ਅਫਸਰਸ਼ਾਹੀ ਦਾ ਪੂਰਿਆ ਗਿਆ, ਜਾਂ ਪੋਲੀਟੀਕਲ ਜਿਹੜਾ ਜਮਾਤ ਆ ਉਹਨਾਂ ਨੇ ਇਹਨਾਂ ਆਫਿਸਰਸ ਦਾ ਪੱਖ ਪੂਰਿਆ। ਨਹੀਂ, ਇਹੋ ਜਿਹਾ ਬੰਦਾ ਜਿਹਦੇ ਤੇ ਇੰਨੇ ਕੇਸ ਹੋਣ, ਇੰਨੇ ਵਿਵਾਦ ਹੋਣ ਤੇ ਡੀਜੀਪੀ ਬਣ ਜੇ, ਇਹ ਸਾਡੇ ਲਈ ਬੜੀ ਮੰਦਭਾਗੀ ਗੱਲ ਆ। ਅਗਲੀ ਗੱਲ ਆ ਜਿਹੜੀ, ਜੇ ਨਿਆਂ ਮਿਲੇ ਨਾ ਮਿਲੇ, ਪਰ ਇਹ ਜਿਹੜੀ ਲੜਾਈ ਆ ਉਹ ਐਜੂਕੇਟ ਜ਼ਰੂਰ ਕਰਦੀ ਆ। ਜਿਵੇਂ ਕਿ ਆਪਾਂ ਗੱਲਾਂ ਕਰ ਰਹੇ ਹਾਂ, ਇਹ ਐਜੂਕੇਟ ਕਰੂਗੀ ਆਉਣ ਵਾਲੀ ਜਨਰੇਸ਼ਨ ਨੂੰ। ਸਾਡੇ ਅੱਜ ਦੇ ਲੋਕ ਆ ਜਿਹੜੇ, ਉਹਨਾਂ ਨੂੰ ਸੁਣਨ 'ਚ ਇਹ ਗੱਲ ਸਮਝ ਆਊਗੀ ਵੀ ਸਾਡੇ ਨਾਲ ਹੋਇਆ ਕੀ ਆ, ਧੱਕਾ ਕੀ ਹੋਇਆ, ਇਹ ਲੜਾਈ ਕੀ ਆ। ਲੜਾਈ ਤਾਂ ਹੋਰ ਕੁਝ ਵੀ ਨਹੀਂ ਹੈ ਜੀ, ਲੜਾਈ ਤਾਂ ਨਿਆਂ ਤੇ ਅਨਿਆਂ ਦੀ ਲੜਾਈ ਆ। ਚਾਹੇ ਉਹ ਸਮਾਜਿਕ ਮੁੱਦੇ ਹੋਣ, ਚਾਹੇ ਆਰਥਿਕ ਮੁੱਦੇ ਹੋਣ, ਚਾਹੇ ਉਹ ਰਾਜਸੀ ਮੁੱਦੇ ਹੋਣ ਜਾਂ ਨੈਤਿਕਤਾ ਨੂੰ ਲੈ ਕੇ ਹੋਣ, ਤਾਂ ਇਹ ਸਿਰਫ ਲੜਾਈ ਨਿਆਂ ਤੇ ਅਨਿਆਂ ਦੀ ਆ। ਕਿਉਂਕਿ ਅਸੀਂ ਹਮੇਸ਼ਾ ਹੀ, ਜਾਂ ਕੋਈ ਵੀ ਇਨਸਾਨ ਆ, ਮਨੁੱਖ ਆ, ਉਹ ਹਮੇਸ਼ਾ ਨਿਆਂ ਪੱਖੀ ਹੋਊਗਾ। ਉਹ ਹਮੇਸ਼ਾ ਨਿਆਂ ਲਈ ਉਹਦੀ ਜਿਹੜੀ ਅੰਦਰ ਭਾਵਨਾ ਹੋਊਗੀ ਉਹ ਨਿਆਂ ਦੇ ਲਈ ਹੋਊਗੀ। ਉਹਦੇ ਅੰਦਰ ਜਿਹੜਾ ਦਰਦ ਹੋਊਗਾ ਉਹ ਵੀ ਨਿਆਂ ਦੇ ਲਈ ਹੋਊਗਾ। ਅਸੀਂ ਅਨਿਆਂ ਦੇ ਨਾਲ ਨਹੀਂ ਖੜਦੇ। ਪਰ ਸਾਡੀਆਂ ਜਿਹੜੀਆਂ ਰਾਜਸੀ ਜਾਂ ਪੋਲੀਟੀਕਲ ਜਮਾਤਾਂ ਜਾਂ ਸਾਡੀਆਂ ਅਫਸਰਸ਼ਾਹੀ ਆ, ਜਾਂ ਕਈ ਵਾਰੀ ਮੀਡੀਆ ਵੀ, ਤੁਸੀਂ ਇਹ ਦੇਖੋ, ਕਈ ਵਾਰੀ ਅਦਾਲਤਾਂ ਵੀ ਉਹ ਅਨਿਆਂ ਦਾ ਪੱਖ ਪੂਰ ਜਾਂਦੀਆਂ ਤੇ ਸਾਡੀ ਲੜਾਈ ਜਾਰੀ ਰਹਿਣੀ ਚਾਹੀਦੀ ਆ। ਮੈਂ ਇਸ ਕਰਕੇ ਤੁਹਾਡੇ ਨਾਲ ਅੱਜ ਰੂਬਰੂ ਹੋਇਆ ਸੀ। ਬਾਕੀ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ 267 ਸਰੂਪਾਂ ਦੀ ਗੱਲ ਆ, ਚਾਹੇ ਜਿਹੜਾ ਪੁਰਾਤਨ ਸਰੂਪ ਸਾਡਾ ਪਟਿਆਲਿਓਂ ਚੋਰੀ ਹੋਇਆ ਉਹਦੀ ਗੱਲ ਆ, ਜਾਂ ਸਤਕਾਰ ਜਿਹੜੀ ਕਮੇਟੀ ਆ ਜਾਂ ਉਹਦੀ ਗੱਲ ਆ, ਉਹ ਜਿਹੜੇ ਸਰੂਪ ਪੁਰਾਣੇ ਚੱਕ ਕੇ ਕਿੱਥੇ ਲਿਜਾ ਰਹੇ ਆ, ਕੋਈ ਉਹਦਾ ਜਵਾਬ ਨਹੀਂ ਦੇ ਰਹੇ। ਇਹ ਗੱਲਾਂ ਵੀ ਜਾਰੀ ਰਹਿਣਗੀਆਂ। ਪਰ ਅਗਲੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਅੱਜ ਸਾਬਕਾ ਡੀਜੀਪੀ ਦੀ ਸ਼ੇਅਰ ਕਰਨੀ ਸੀ, ਉਹ ਬੜੀ ਜ਼ਰੂਰੀ ਸੀ। ਇਸ ਕਰਕੇ ਜ਼ਰੂਰੀ ਸੀ, ਜਾਗਰੂਕਤਾ ਲਈ ਜ਼ਰੂਰੀ ਆ, ਐਜੂਕੇਟ ਕਰਨ ਲਈ ਜ਼ਰੂਰੀ ਆ। ਆਪਾਂ ਇੱਕ ਦੂਜੇ ਨੂੰ ਐਜੂਕੇਟ ਕਰੀਏ ਤੇ ਇਹ ਦੇਖੀਏ ਵੀ ਸਾਡੇ ਨਾਲ ਹੋਇਆ ਕੀ ਆ, ਤੇ ਆਉਣ ਵਾਲੇ ਟਾਈਮ ਤੇ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਣਾ। ਇਸ ਕਰਕੇ ਇੱਕ ਦੂਜੇ ਨੂੰ ਜਾਗਰੂਕ ਕਰਦੇ ਰਹੀਏ, ਇੱਕ ਦੂਜੇ ਦੇ ਨਾਲ ਅਸੀਂ ਖੜੀਏ ਤੇ ਇੱਕ ਦੂਜੇ ਦੀ ਤਾਕਤ ਬਣੀਏ। ਤਾਂ ਹੀ ਸਮੂਹਕ ਤੌਰ ਤੇ ਜਦੋਂ ਤੱਕ ਸਾਡੇ 'ਚ ਅਵੇਅਰਨੈਸ ਨਹੀਂ ਆਊਗੀ, ਇੱਕ ਕਲੈਕਟਿਵ ਕੌਨਸ਼ੀਅਸਨੈਸ ਨਹੀਂ ਆਊਗੀ, ਤਾਂ ਗੱਲ ਨਹੀਂ ਬਣਨੀ। ਬਾਕੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ, ਉਹਦੇ ਲਈ ਲੜਦੇ ਰਹਾਂਗੇ। ਜਿਵੇਂ ਮੈਂ ਕਹਿੰਦਾ ਹੁੰਦਾ, ਸਾਰੇ ਹੀ ਸਾਡੇ ਆ,
ਹਿੰਦੂ ਵੀ ਸਾਡੇ ਆ, ਸਿੱਖ ਵੀ ਸਾਡੇ ਆ, ਸਾਡੇ ਦਲਿਤ ਭਰਾ ਵੀ ਸਾਡੇ ਆ, ਸਾਡੇ ਕੋਈ ਉੱਥੇ ਖੱਤਰੀ ਆ, ਹੋਰ ਕਿਸੇ ਜਮਾਤ ਦੇ ਬੰਦੇ ਆ, ਉਹ ਸਾਡੇ ਆ, ਕਿਉਂਕਿ ਅਸੀਂ ਪੰਜਾਬ ਦੀ ਮਿੱਟੀ ਲਈ ਵਫਾਦਾਰੀ ਨਿਭਾਉਣੀ ਆ, ਪੰਜਾਬ ਲਈ ਲੜਨਾ। ਜਿਉਂਦੇ ਵਾਸਤੇ ਰਹੋ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। ਗੁਰਪਿਆਰਿਓ, ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਹਰ ਧਰਮ ਹਰ ਵਰਗ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ, ਪਰ ਸਰਕਾਰਾਂ ਦਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਕਿਸੇ ਵੀ ਘੱਟ ਗਿਣਤੀਆਂ ਨੂੰ ਸ਼ਿਕਾਰ ਨਾ ਬਣਾਇਆ ਜਾਵੇ, ਨਿਸ਼ਾਨਾ ਨਾ ਬਣਾਇਆ ਜਾਵੇ, ਕਿਉਂਕਿ ਸਿਆਣੇ ਅਕਸਰ ਕਹਿੰਦੇ ਨੇ ਕਿ ਰਾਜਾ ਉਹੀ ਚੰਗਾ ਹੁੰਦਾ ਹੈ ਜੋ ਆਪਣੀ ਸਾਰੀ ਪ੍ਰਜਾ ਨੂੰ ਖੁਸ਼ ਰੱਖਦਾ ਹੋਵੇ। ਪਰ ਅਜਿਹਾ ਰਾਜਾ ਕਦੇ ਵੀ ਲੰਬੇ ਸਮੇਂ ਤੱਕ ਰਾਜ ਭਾਗ ਨਹੀਂ ਸਾਂਭ ਸਕਦਾ ਜੋ ਆਪਣੀ ਪ੍ਰਜਾ ਵਿੱਚ ਫਰਕ ਕਰਦਾ ਹੋਵੇ, ਧਰਮਾਂ ਦਾ ਵਿਤਕਰਾ ਕਰਦਾ ਹੋਵੇ, ਜਾਂ ਕਿਸੇ ਵੀ ਕੱਟੜਤਾ ਵਿੱਚ ਆ ਕੇ ਆਪਣੀ ਆਵਾਮ ਦੇ ਉੱਤੇ, ਆਪਣੀ ਪ੍ਰਜਾ ਦੇ ਉੱਤੇ ਆਪਣਾ ਤਾਨਾਸ਼ਾਹੀ ਰਵੱਈਆ ਥੋਪਦਾ ਹੋਵੇ, ਨਰਸੰਹਾਰ ਕਰਵਾਉਂਦਾ ਹੋਵੇ। ਤੇ ਹੁਣ ਇਹ ਭਾਰਤ ਦੇ ਪੰਜਾਬ ਦੀ ਆਵਾਮ ਨੇ ਸੋਚਣਾ ਹੈ ਕਿ ਇਸ ਰਾਸ਼ਟਰ ਦਾ ਰਾਜਾ ਕਿੰਨਾ ਕੀ ਚੰਗਾ ਹੈ, ਤੇ ਸਿੱਖ ਕੌਮ ਦੇ ਅਹੁਦੇਦਾਰਾਂ ਨੂੰ ਸੋਚਣਾ ਹੋਵੇਗਾ ਕਿ ਸਿੱਖ ਕੌਮ ਜੋ ਕਲਗੀਧਰ ਨੇ ਸਾਰੀਆਂ ਜਾਤਾਂ ਪਾਤਾਂ ਦਾ ਕੋੜ ਮੁਕਾ ਕੇ ਸਾਜੀ ਸੀ, ਨਵਾਜ਼ੀ ਸੀ, ਅੱਜ ਉਹ ਮੁੜ ਕਿੱਥੇ ਆਣ ਖਲੋਤੀ ਹੈ। ਕਿਉਂ ਅਸੀਂ ਮੁੜ ਉਹਨਾਂ ਢੋਂਗਾ ਅਡੰਬਰਾਂ ਤੇ ਉਹਨਾਂ ਪਖੰਡਾਂ ਪਿੱਛੇ ਪੈ ਗਏ ਆ, ਨੌਜਵਾਨੀ ਨੂੰ ਪਾ ਰਹੇ ਆ ਜਿਨ੍ਹਾਂ ਤੋਂ ਸਾਡੇ ਗੁਰਾਂ ਨੇ ਸਾਡਾ ਪੱਲਾ ਛਡਵਾਇਆ ਸੀ। ਕਿਉਂ ਅਸੀਂ ਚੰਨ ਟੁਕੜਿਆਂ ਪਿੱਛੇ, ਜ਼ਮੀਨਾਂ ਦੇ ਟੋਟਿਆਂ ਪਿੱਛੇ, ਸਿਆਸਤਦਾਨਾਂ ਦੇ ਤਲਵੇ ਚੱਟ ਕੇ ਆਪਣੀ ਜ਼ਮੀਰ ਵੇਚ ਚੁੱਕੇ ਹਾਂ। ਕਿਉਂ ਅਸੀਂ ਆਪਣੇ ਗੁਰੂਆਂ ਦੀਆਂ ਦਿੱਤੀਆਂ ਕੁਰਬਾਨੀਆਂ, ਸਿੰਘ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ, ਮਰਜੀਵੜਿਆਂ ਦੀਆਂ ਕੁਰਬਾਨੀਆਂ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਭੁੱਲ ਗਏ ਹਾਂ। ਕਿਉਂ ਅਸੀਂ ਸਿਰਫ ਉਹਨਾਂ ਦੀਆਂ ਕੁਰਬਾਨੀਆਂ ਉੱਤੇ ਵੀ ਅੱਜ ਸਿਆਸਤ ਕਰ ਰਹੇ ਹਾਂ। ਇੰਨੇ ਗਿਰ ਗਏ ਹਾਂ ਕਿ ਅਸੀਂ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਦਾ ਚੱਪਾ ਅੱਜ ਵੇਚ ਰਹੇ ਹਾਂ। ਨੌਜਵਾਨੀ ਨੂੰ ਨਸ਼ਿਆਂ ਵਿੱਚ ਆਪਣੇ ਹੱਥੀਂ ਗਰਕ ਕਰ ਰਹੇ ਹਾਂ, ਹੱਥ 'ਚ ਗੁਰਬਾਣੀ ਫੜ ਝੂਠ ਬੋਲ ਰਹੇ ਹਾਂ, ਤੇ ਆਵਾਮ ਨੂੰ ਲਗਾਤਾਰ ਸਾਲ ਦਰ ਸਾਲ, ਦਹਾਕਿਆਂ ਦੇ ਦਹਾਕੇ ਗੁੰਮਰਾਹ ਕਰ ਰਹੇ ਹਾਂ। ਪਰ ਇਹ ਕਦੇ ਨਾ ਭੁੱਲੋ ਕਿ ਉਸ ਵਾਹਿਗੁਰੂ ਦੀ ਅੱਖ ਹਰ ਕਿਸੇ ਤੇ ਹੈ, ਤੇ ਜਿਸ ਦਿਨ ਉਸ ਨੇ ਆਪਣਾ ਹਿਸਾਬ ਕਿਤਾਬ ਕੀਤਾ, ਉਸ ਦਿਨ ਨਾ ਤੁਹਾਡੇ ਕੋਲ ਕੋਈ ਤਖਤ ਹੋਵੇਗਾ, ਨਾ ਤਾਜ ਹੋਵੇਗਾ। ਬੇਸ਼ੱਕ ਰੁਪਈਆ ਅਰਬਾਂ ਖਰਬਾਂ ਇਕੱਠਾ ਕਰ ਲਿਆ ਹੋਣਾ ਤੁਸੀਂ, ਪਰ ਅੰਤ ਸਮੇਂ ਤੁਹਾਡੀ ਜ਼ਿੰਦਗੀ ਦਾ ਫੈਸਲਾ ਕਰਨ ਵਾਲਾ ਵੀ ਮੇਰੇ ਉਸ ਕਲਗੀਧਰ ਦਾ ਬਾਜ਼ ਹੋਵੇਗਾ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।